ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ SK ਸਟੱਡੀ ਪੁਆਇੰਟਸ ਦੇ ਉੱਪਰ। ਤੇ ਅੱਜ ਆਪਾਂ ਗੱਲ ਕਰਾਂਗੇ 7ਵੀਂ ਕਲਾਸ ਦੇ ਸਮਾਜਿਕ ਵਿਗਿਆਨ ਵਿਸ਼ੇ ਦੇ ਬਾਰੇ ਵਿੱਚ। ਤੇ ਇਹਦੇ ਵਿੱਚ ਅੱਜ ਆਪਾਂ ਗੱਲ ਕਰਨੀ ਹੈਗੀ ਹੈ ਇਤਿਹਾਸ ਵਿਸ਼ੇ ਦੀ। ਤੇ ਇਹਦੇ ਵਿੱਚ ਆਪਾਂ ਦੇਖਾਂਗੇ ਅੱਜ ਜਿਹੜਾ ਦੱਖਣ ਭਾਰਤ ਵਿੱਚ ਰਾਜਨੀਤਿਕ ਪ੍ਰਗਤੀਆਂ ਤੇ ਇਹ ਜੇ ਟਾਈਮ ਪੀਰੀਅਡ ਦੀ ਗੱਲ ਕਰੀਏ ਤਾਂ 700 ਤੋਂ 1200 ਈਸਵੀ ਤੱਕ ਦਾ ਜਿਹੜਾ ਟਾਈਮ ਹੈਗਾ ਏ। ਤੇ ਇਹਦੇ ਵਿੱਚ ਜਿਹੜਾ ਜੇ ਆਪਾਂ ਉੱਤਰ ਭਾਰਤ ਦੀ ਗੱਲ ਕੀਤੀ ਸੀ ਤਾਂ ਉਹਦੇ ਵਿੱਚ ਆਪਾਂ ਦੇਖਿਆ ਹੈਗਾ ਏ ਕਿ ਜਿਹੜੇ ਨਵੇਂ ਜਿਹੜੇ ਰਾਜ ਸਥਾਪਿਤ ਹੁੰਦੇ ਨੇ, ਜਿਵੇਂ ਰਾਜਪੂਤ ਰਾਜ ਸੀ, ਜਾਂ ਆਪਾਂ ਪ੍ਰਿਥਵੀ ਰਾਜ ਚੌਹਾਨ ਦੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਵੀ ਆਪਾਂ ਜਿਹੜੇ ਰਾਸ਼ਟਰਕੂਟ ਵੰਸ਼ ਦੀ ਗੱਲ ਕੀਤੀ ਹੈਗੀ ਹੈ। ਤੇ ਇਸੇ ਤਰ੍ਹਾਂ ਹੀ ਆਪਾਂ ਦੱਖਣ ਭਾਰਤ ਦੀ ਗੱਲ ਕਰੀਏ ਤਾਂ ਜਿਹੜੇ ਦੱਖਣ ਭਾਰਤ ਦੇ ਵਿੱਚ ਜਿਹੜੇ ਆਪਾਂ ਗੱਲ ਕਰਾਂਗੇ ਪੱਲਵ ਸ਼ਾਸਕਾਂ ਦੇ ਬਾਰੇ ਵਿੱਚ, ਨਾਲ ਹੀ ਆਪਾਂ ਜਿਹੜਾ ਚੌਲ ਤੇ ਚੇਰ ਸ਼ਾਸਕਾਂ ਦੇ ਬਾਰੇ ਵਿੱਚ ਵੀ ਇਹਦੇ ਵਿੱਚ ਗੱਲ ਕਰਨੀ ਹੈਗੀ ਹੈ। ਤੇ ਅੱਜ ਜਿਹੜੀ ਆਪਾਂ ਗੱਲ ਕਰਾਂਗੇ ਮੇਨਲੀ ਉਹ ਸਿਰਫ ਤੇ ਸਿਰਫ ਜਿਹੜੀ ਦੱਖਣ ਭਾਰਤ ਦੇ ਨਾਲ ਹੀ ਸੰਬੰਧਿਤ ਹੋਵੇਗੀ, ਜਿਹੜੇ ਕਿ ਦੱਖਣ ਭਾਰਤ ਦੇ ਵਿੱਚ ਨਵੇਂ ਰਾਜ ਜਿਨ੍ਹਾਂ ਦੀ ਸਥਾਪਨਾ ਕੀਤੀ ਗਈ ਸੀ। ਤੇ ਇਹਦੇ ਵਿੱਚ ਜਿਹੜੇ ਮੇਨ ਰਾਜ ਹੈਗੇ ਨੇ, ਇਹਦੇ ਵਿੱਚ ਆਪਾਂ ਪੱਲਵ ਦੀ ਗੱਲ ਕਰਨੀ ਹੈ, ਪਾਂਡੇ ਤੇ ਚੌਲ ਦੇ ਬਾਰੇ ਵਿੱਚ ਜਿਹੜਾ ਗੱਲ ਕਰਾਂਗੇ। ਜਿਹੜੀਆਂ ਇਹ ਤਿੰਨ ਸ਼ਕਤੀਆਂ ਹੈਗੀਆਂ ਨੇ ਦੱਖਣ ਭਾਰਤ ਦੇ ਵਿੱਚ, ਮੱਧਕਾਲ ਦੀ ਗੱਲ ਕਰੀਏ ਤਾਂ ਉਸ ਟਾਈਮ ਤੇ ਜਿਹੜੀਆਂ ਇਹ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਸ਼ਾਸਕ ਜਾਂ ਆਪਾਂ ਸਾਮਰਾਜ ਦੀ ਗੱਲ ਕਰੀਏ ਤਾਂ ਇਹ ਜਿਹੜੇ ਹੋਏ ਹੈਗੇ ਨੇ। ਇਸ ਤੋਂ ਇਲਾਵਾ ਇਹਦੇ ਵਿੱਚ ਆਪਾਂ ਦੇਖਾਂਗੇ ਕਿ ਜਿਹੜੇ ਜਿਹੜੇ ਵੰਸ਼ ਦੇ ਨਾਲ ਸੰਬੰਧਿਤ ਸ਼ਾਸਕ ਹੈਗੇ ਨੇ ਉਹਨਾਂ ਦੇ ਬਾਰੇ ਵਿੱਚ ਵੀ ਗੱਲ ਕਰਾਂਗੇ, ਜਿਹੜੇ ਕਿ ਬਹੁਤ ਜ਼ਿਆਦਾ ਮਹੱਤਵਪੂਰਨ ਹੈਗੇ ਨੇ ਇਸ ਵਿਸ਼ੇ ਦੀ ਦ੍ਰਿਸ਼ਟੀਕੋਣ ਤੋਂ। ਤੇ ਇਹ ਜਿਹੜੇ ਤਿੰਨੇ ਸਾਮਰਾਜ ਹੈਗੇ ਨੇ ਆਪਸ ਵਿੱਚ ਜਿਹੜਾ ਇਹਨਾਂ ਦੀਆਂ ਜਿਹੜੀਆਂ ਲੜਾਈਆਂ ਵੀ ਹੁੰਦੀਆਂ ਰਹੀਆਂ ਨੇ, ਜਾਂ ਫਿਰ ਆਪਾਂ ਕਹੀਏ ਜਿਹੜਾ ਇਹਨਾਂ ਦੇ ਜਿਹੜਾ ਆਪਸ ਦੇ ਵਿੱਚ ਯੁੱਧ ਵੀ ਹੁੰਦੇ ਰਹੇ ਨੇ। ਤੇ ਇਸ ਤੋਂ ਇਲਾਵਾ ਅੱਜ ਆਪਾਂ ਗੱਲ ਕਰਨੀ ਹੈਗੀ ਮੇਨ ਜਿਹੜੀ ਪਹਿਲਾਂ ਉਹ ਪੱਲਵ ਸ਼ਾਸਨ ਦੀ ਹੈਗੀ ਹੈ, ਜਿਹੜੇ ਪੱਲਵ ਸ਼ਾਸਕ ਹੈਗੇ ਨੇ ਉਹਨਾਂ ਦੇ ਬਾਰੇ ਵਿੱਚ ਗੱਲ ਕਰਾਂਗੇ, ਜਾਂ ਫਿਰ ਆਪਾਂ ਕਹੀਏ ਤਾਂ ਜਿਹੜਾ ਪੱਲਵ ਸਾਮਰਾਜ ਦੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਇਸ ਦੇ ਵਿੱਚ। ਤੇ ਆਪਾਂ ਦੇਖਦੇ ਹੈਗੇ ਜਿਹੜਾ ਪੱਲਵ ਸਾਮਰਾਜ ਹੈਗਾ ਉਹ 5ਵੀਂ ਤੋਂ 6ਵੀਂ ਸਦੀ ਦੇ ਦੌਰਾਨ ਜਿਹੜਾ ਇਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਇਹ ਇਸ ਤੋਂ ਪਹਿਲਾਂ ਜਿਹੜੇ ਸਾਤਵਾਹਨ ਸ਼ਾਸਕ ਸੀਗੇ ਉਹਨਾਂ ਦਾ ਪਤਨ ਹੁੰਦਾ ਹੈ, ਤੇ ਉਸ ਦੇ ਬਾਅਦ ਜਿਹੜੇ ਆਪਾਂ ਨੂੰ ਪੱਲਵ ਸਾਮਰਾਜ ਦੇਖਣ ਨੂੰ ਮਿਲਦਾ ਹੈਗਾ। ਤੇ ਇਹਦੇ ਵਿੱਚ ਜੇ ਪੱਲਵ ਸਾਮਰਾਜ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਮਹਿੰਦਰ ਵਰਮਨ ਹੈਗਾ ਏ ਜਿਹੜਾ ਫਸਟ ਸੀਗਾ ਉਹ, ਤੇ ਉਸ ਤੋਂ ਇਲਾਵਾ ਜਿਹੜਾ ਨਰਸਿੰਘ ਵਰਮਨ ਪਹਿਲਾ ਹੈਗਾ ਏ, ਉਹ ਇਸ ਵੰਸ਼ ਦੇ ਜਿਹੜੇ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਹੋਏ ਨੇ। ਤੇ ਇਸ ਤੋਂ ਇਲਾਵਾ ਜਿਹੜਾ ਆਪਾਂ ਗੱਲ ਕਰੀਏ ਤਾਂ ਇਹਨਾਂ ਨੇ ਜਿਹੜੇ ਉਹ ਦੂਸਰੇ ਸਾਮਰਾਜ ਸੀ ਚੌਲ ਚੇਰ ਤੇ ਪਾਂਡੇ, ਇਹਨਾਂ ਨੂੰ ਜਿਹੜਾ ਇਹਨਾਂ ਨੇ ਹਰਾਇਆ ਸੀ ਤੇ ਆਪਣੇ ਸਾਮਰਾਜ ਦਾ ਵਿਸਥਾਰ ਕੀਤਾ ਸੀ। ਇਸ ਤੋਂ ਇਲਾਵਾ ਜੇ ਆਪਾਂ ਉਹਨਾਂ ਦੀ ਰਾਜਧਾਨੀ ਦੀ ਗੱਲ ਕਰੀਏ ਤਾਂ ਜਿਹੜੀ ਰਾਜਧਾਨੀ ਹੈਗੀ ਉਹ ਕਾਂਚੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ ਹੈ। ਇਸ ਤੋਂ ਇਲਾਵਾ ਜਿਹੜੇ ਸ਼ਾਸਕ ਹੈਗੇ ਨੇ ਉਹ ਕਲਾ ਦੇ ਭਾਵ ਅਨੁਸਾਰੀ ਜਿਹੜੇ ਉਹਨਾਂ ਨੂੰ ਸਰਪ੍ਰਸਤੀ ਇਹਨਾਂ ਸ਼ਾਸਕਾਂ ਨੇ ਦਿੱਤੀ ਸੀਗੀ। ਤੇ ਇਸ ਤੋਂ ਇਲਾਵਾ ਜੇ ਆਪਾਂ ਮੰਦਰਾਂ ਦੀ ਗੱਲ ਕਰੀਏ ਤਾਂ ਜਾਂ ਜਿਹੜੀ ਉਸਾਰੀ ਕਰਵਾਈ ਗਈ ਸੀ ਉਹਨਾਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਜਿਹੜਾ ਮਹਾਬਲੀਪੁਰਮ ਦੇ ਵਿੱਚ ਜਿਹੜਾ ਸ਼ੋਰ ਮੰਦਰ ਹੈਗਾ ਹੈ ਜਾਂ ਫਿਰ ਰੱਥ ਮੰਦਰ ਹੈਗਾ ਇਹ ਆਪਾਂ ਨੂੰ ਦੇਖਣ ਨੂੰ ਮਿਲਦੇ ਹੈਗੇ ਨੇ। ਤੇ ਜਿਹੜੇ ਵੀ ਪੱਲਵ ਸ਼ਾਸਕਾਂ ਦੇ ਦੁਆਰਾ ਜਿੰਨੇ ਵੀ ਮੰਦਰਾਂ ਦਾ ਨਿਰਮਾਣ ਕਰਵਾਇਆ ਗਿਆ ਤੇ ਉਹਨਾਂ ਦੇ ਨਾਲ ਜਿਹੜਾ ਰੱਥ ਸ਼ਬਦ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ ਜਿਹੜਾ ਜੋੜਿਆ ਜਾਂਦਾ ਸੀਗਾ। ਤੇ ਇਹਨਾਂ ਨੇ ਜਿਹੜਾ ਕਾਂਚੀਪੁਰਮ ਦੇ ਵਿੱਚ ਜਿਹੜਾ ਇੱਕ ਵਿਸ਼ਾਲ ਮੰਦਿਰ ਦਾ ਨਿਰਮਾਣ ਕਰਵਾਇਆ ਸੀ, ਜਿਹੜਾ ਕਿ ਕੈਲਾਸ਼ਨਾਥ ਮੰਦਿਰ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ। ਇਸ ਤੋਂ ਇਲਾਵਾ ਆਪਾਂ ਇਸ ਚਿੱਤਰ ਦੇ ਵਿੱਚ ਦੇਖਦੇ ਹਾਂ ਕਿ ਜਿਹੜਾ ਮੰਦਿਰ ਹੈਗਾ ਇਹ ਸ਼ੋਰ ਮੰਦਿਰ ਹੈਗਾ ਜਿਹੜਾ ਕਿ ਮਹਾਬਲੀਪੁਰਮ ਦੇ ਵਿੱਚ ਸਥਿਤ ਹੈਗਾ। ਇਸ ਤੋਂ ਇਲਾਵਾ ਆਪਾਂ ਮੈਪ ਦੇ ਵਿੱਚ ਦੇਖਾਂਗੇ ਕਿ ਜਿਹੜਾ ਪੱਲਵ ਸਾਮਰਾਜ ਹੈਗਾ ਇਹ ਕੁਛ ਇਸ ਜਗ੍ਹਾ ਦੇ ਉੱਪਰ ਇਹਦੀ ਸਥਿਤੀ ਹੈਗੀ ਹੈ। ਤੇ ਇਸ ਤੋਂ ਇਲਾਵਾ ਜਿਹੜੀ ਰਾਜਧਾਨੀ ਹੈਗੀ ਹੈ ਉਹਦਾ ਨਾਮ ਕਾਂਚੀ ਸੀਗਾ, ਤੇ ਜਿਹੜਾ ਕਿ ਪਹਿਲਾਂ ਮਹਾਬਲੀਪੁਰਮ ਦੇ ਨਾਮ ਨਾਲ ਇਹਨੂੰ ਜਾਣਿਆ ਜਾਂਦਾ ਸੀਗਾ। ਕਾਂਚੀ ਨੂੰ ਹੀ ਜਿਹੜਾ ਮਹਾਬਲੀਪੁਰਮ ਦੇ ਨਾਮ ਨਾਲ ਜਾਣਿਆ ਜਾਂਦਾ ਸੀ। ਤੇ ਇਹ ਜਿਹੜਾ ਚਿੱਤਰ ਹੈਗਾ ਇਹ ਰੱਥ ਮੰਦਰ ਦਾ ਹੈਗਾ ਹੈ, ਜਿਹੜਾ ਕਿ ਪਾਂਡੇ ਸ਼ਾਸਕਾਂ ਦੇ ਦੁਆਰਾ ਬਣਵਾਇਆ ਗਿਆ ਸੀਗਾ ਮਹਾਬਲੀਪੁਰਮ ਦੇ ਵਿੱਚ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਪਾਂਡੇ ਸ਼ਾਸਕਾਂ ਦੀ। ਪਾਂਡੇ ਸ਼ਾਸਕ ਜਿਹੜੇ ਹੈਗੇ ਨੇ, ਜੇ ਇਹਨਾਂ ਦੇ ਸਾਮਰਾਜ ਦੀ ਗੱਲ ਕਰੀਏ ਤਾਂ ਮੱਧਕਾਲ ਦੇ ਵਿੱਚ ਪਾਂਡੇ ਸਾਮਰਾਜ ਜਿਹੜਾ ਤਾਮਿਲਨਾਡੂ ਦੇ ਦੱਖਣੀ ਭਾਗਾਂ ਵਿੱਚ ਜਿਹੜਾ ਸਥਿਤ ਸੀਗਾ। ਤੇ ਇਸ ਤੋਂ ਇਲਾਵਾ ਇਹਦੀ ਰਾਜਧਾਨੀ ਦੀ ਗੱਲ ਕਰੀਏ ਤਾਂ ਜਿਹੜੀ ਮਦੁਰਾਈ ਰਾਜਧਾਨੀ ਸੀ, ਜਿਸ ਨੂੰ ਮਦੁਰਾ ਬੋਲਿਆ ਜਾਂਦਾ ਹੈਗਾ। ਤੇ ਜਿਹੜਾ ਇੱਕ ਸਿੱਖਿਆ ਦਾ ਪ੍ਰਸਿੱਧ ਕੇਂਦਰ ਸੀ। ਇਸ ਤੋਂ ਇਲਾਵਾ ਜਿਹੜੇ ਮਾਰਕੋ ਪੋਲੋ ਨੇ ਪਾਂਡੇ ਰਾਜ ਜਿਹੜਾ ਰਾਜ ਹੈਗਾ ਉਹਦੀ ਯਾਤਰਾ ਕੀਤੀ ਸੀ, ਤੇ ਇਹਦਾ ਜਿਹੜਾ ਬਰਤਾਂਤ ਵੀ ਉਹਦੇ ਦੁਆਰਾ ਲਿਖਿਆ ਗਿਆ ਹੈਗਾ ਮਾਰਕੋ ਪੋਲੋ ਦੇ ਦੁਆਰਾ। ਤੇ ਇਸ ਤੋਂ ਇਲਾਵਾ 14ਵੀਂ ਸਦੀ ਵਿੱਚ ਜਿਹੜਾ ਪਾਂਡੇ ਰਾਜ ਦਾ ਪਤਨ ਹੋ ਜਾਂਦਾ ਹੈਗਾ। ਅੱਗੇ ਆਪਾਂ ਗੱਲ ਕਰਾਂਗੇ ਚੌਲ ਸ਼ਾਸਕਾਂ ਦੇ ਬਾਰੇ ਵਿੱਚ। ਇਹਦੀ ਗੱਲ ਕਰੀਏ ਤਾਂ ਮੱਧਕਾਲੀਨ ਯੁੱਗ ਵਿੱਚ ਦੱਖਣ ਭਾਰਤ ਦੇ ਵਿੱਚ ਜਿਹੜੇ ਚੌਲ ਸ਼ਾਸਕ ਹੈਗੇ ਨੇ ਉਹਨਾਂ ਨੇ ਜਿਹੜਾ ਇੱਕ ਸ਼ਕਤੀਸ਼ਾਲੀ ਰਾਜ ਦੀ ਸਥਾਪਨਾ ਕੀਤੀ ਸੀ। ਤੇ ਇਸ ਸਾਮਰਾਜ ਦੇ ਸ਼ਾਸਕ ਦੀ ਗੱਲ ਕਰੀਏ ਤਾਂ ਜਿਹੜਾ ਵਿਜੈਲਿਆ ਜਿਹੜਾ ਸੀਗਾ ਇਸ ਸਾਮਰਾਜ ਦਾ ਪਹਿਲਾ ਸ਼ਾਸਕ ਸੀ। ਤੇ ਇਹਨਾਂ ਨੇ ਜਿਹੜੇ ਪੱਲਵ ਸ਼ਾਸਕ ਸੀਗੇ ਉਹਨਾਂ ਦੇ ਕੋਲੋਂ ਜਿਹੜਾ ਤੰਜੌਰ ਨੂੰ ਜਿੱਤਿਆ ਸੀਗਾ ਤੇ ਆਪਣੀ ਰਾਜਧਾਨੀ ਬਣਾਇਆ ਸੀ। ਤੰਜੌਰ ਜਿਹੜੀ ਜਗ੍ਹਾ ਹੈਗੀ ਹੈ ਦੱਖਣ ਭਾਰਤ ਦੇ ਵਿੱਚ ਸਥਿਤ ਹੈਗੀ। ਪ੍ਰਾਂਤਕ ਪਹਿਲਾ ਹੈਗਾ ਉਹ ਚੌਲ ਰਾਜ ਦਾ ਇੱਕ ਸ਼ਕਤੀਸ਼ਾਲੀ ਸ਼ਾਸਕ ਸੀਗਾ, ਤੇ ਪਾਂਡੇ ਸ਼ਾਸਕਾਂ ਨੂੰ ਹਰਾ ਕੇ ਉਹਨੇ ਜਿਹੜਾ ਮਦੁਰਾ ਤੇ ਕਬਜ਼ਾ ਕਰ ਲਿਆ ਸੀ। ਤੇ ਇਸ ਤੋਂ ਜੇ ਅੱਗੇ ਆਪਾਂ ਗੱਲ ਕਰੀਏ ਤਾਂ 949 ਦੇ ਵਿੱਚ ਜਿਹੜਾ ਤਕੁਲਮ ਦੇ ਵਿੱਚ ਯੁੱਧ ਹੋਇਆ ਸੀਗਾ, ਰਾਸ਼ਟਰਕੂਟ ਸ਼ਾਸਕ ਜੋ ਹੈਗਾ ਕ੍ਰਿਸ਼ਨ ਤੀਸਰਾ ਇਹਦੇ ਨਾਲ ਜਿਹੜਾ ਯੁੱਧ ਲੜਿਆ ਗਿਆ ਸੀ। ਤੇ ਇਸ ਸ਼ਾਸਕ ਨੂੰ ਜਿਹੜਾ ਇਸ ਦੇ ਵਿੱਚ ਕ੍ਰਿਸ਼ਨ ਤੀਜੇ ਤੋਂ ਹਾਰ ਦਾ ਮੂੰਹ ਦੇਖਣਾ ਪੈਂਦਾ ਹੈਗਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਅੱਗੇ ਚੱਲ ਕੇ ਇਸ ਟਾਈਮ ਤੇ ਜਿਹੜਾ ਸਾਮਰਾਜ ਹੈਗਾ ਉਹ ਸ਼ਕਤੀਹੀਣ ਹੋਣਾ ਸ਼ੁਰੂ ਹੋ ਜਾਂਦਾ ਹੈ। ਤੇ ਉਸ ਤੋਂ ਥੋੜਾ ਟਾਈਮ ਪਾ ਕੇ ਜਿਹੜਾ ਰਾਜਾ ਪਹਿਲਾ ਹੈਗਾ ਜਾਂ ਫਿਰ ਰਜਿੰਦਰ ਚੌਲ ਹੈਗਾ, ਇਹ ਜਿਹੜੇ ਸ਼ਾਸਕ ਹੈਗੇ ਨੇ ਇਹ ਸਾਮਰਾਜ ਨੂੰ ਮੁੜ ਬਹਾਲ ਕਰਦੇ ਨੇ, ਜਾਂ ਆਪਾਂ ਕਹਿ ਸਕਦੇ ਹਾਂ ਕਿ ਇਹਨਾਂ ਦੇ ਟਾਈਮ ਤੇ ਜਿਹੜਾ ਸਾਮਰਾਜ ਹੈਗਾ ਸ਼ਕਤੀਸ਼ਾਲੀ ਸਾਮਰਾਜ ਦੇ ਰੂਪ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਤੇ ਇਹਨਾਂ ਸ਼ਾਸਕਾਂ ਨੇ ਜਿਹੜਾ ਇਸ ਨੂੰ ਇੱਕ ਮਹਾਨ ਸ਼ਕਤੀ ਦੇ ਵਜੋਂ ਪੇਸ਼ ਕੀਤਾ ਦੱਖਣ ਭਾਰਤ ਦੇ ਵਿੱਚ ਚੌਲ ਸਾਮਰਾਜ ਨੂੰ।
ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਰਾਜ ਰਾਜਾ ਪਹਿਲਾ ਦੀ, ਜਿਹੜਾ ਕਿ 985 ਤੋਂ 1014 ਈਸਵੀ ਤੱਕ ਜਿਹਨੇ ਸ਼ਾਸਨ ਕੀਤਾ ਹੈਗਾ। ਰਾਜ ਰਾਜ ਪਹਿਲੇ ਨੂੰ ਜਿਹੜਾ ਰਾਜ ਰਾਜ ਚੌਲ ਵੀ ਬੋਲਿਆ ਜਾਂਦਾ ਸੀਗਾ, ਤੇ ਇਸ ਸਾਮਰਾਜ ਦਾ ਜਿਹੜਾ ਮਹਾਨ ਤੇ ਸ਼ਕਤੀਸ਼ਾਲੀ ਸ਼ਾਸਕ ਹੈਗਾ। ਇਸ ਤੋਂ ਇਲਾਵਾ 985 ਤੋਂ 1015 ਈਸਵੀ ਤੱਕ ਇਹਨੇ ਰਾਜ ਕੀਤਾ ਹੈਗਾ, ਤੇ ਚੇਰ ਪਾਂਡੇ ਤੇ ਜਿਹੜਾ ਸ਼੍ਰੀਲੰਕਾ ਹੈਗਾ, ਇਹਨਾਂ ਦੇ ਜਿੰਨੇ ਜਿਹੜੇ ਰਾਜੇ ਸੀ ਉਸ ਟਾਈਮ ਤੇ ਇਹਦੇ ਸਮਕਾਲੀਨ ਸੀ, ਉਹਨਾਂ ਨੂੰ ਹਰਾਉਣ ਤੋਂ ਬਾਅਦ ਜਿਹੜਾ ਉਹਨਾਂ ਦੇ ਇਲਾਕੇ ਹੈਗੇ ਨੇ ਉਹਨਾਂ ਦੇ ਉੱਪਰ ਇਹਨੇ ਕਬਜ਼ਾ ਵੀ ਕੀਤਾ ਸੀ, ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਆਪਣੇ ਸਾਮਰਾਜ ਦੇ ਵਿੱਚ ਮਿਲਾ ਲਿਆ ਸੀ। ਇਸ ਤੋਂ ਇਲਾਵਾ ਇਸ ਦੇ ਟਾਈਮ ਤੇ ਜਿਹੜਾ ਸਮੁੰਦਰੀ ਸ਼ਕਤੀ ਹੈਗਾ ਇਹਦਾ ਆਧੁਨਿਕੀਕਰਨ ਕੀਤਾ ਗਿਆ ਸੀਗਾ ਇਸ ਸ਼ਾਸਕ ਦੇ ਦੁਆਰਾ, ਤੇ ਸ਼ਾਸਨ ਪ੍ਰਬੰਧ ਦੇ ਵਿੱਚ ਵੀ ਇਹਦੇ ਦੁਆਰਾ ਸੁਧਾਰ ਕੀਤੇ ਗਏ ਸੀ। ਤੇ ਇਸ ਤੋਂ ਇਲਾਵਾ ਜੇ ਇੱਕ ਤੰਜੌਰ ਦੇ ਵਿੱਚ ਇਸ ਦੇ ਦੁਆਰਾ ਜਿਹੜਾ ਰਾਜੇਸ਼ਵਰ ਮੰਦਿਰ ਦਾ ਨਿਰਮਾਣ ਵੀ ਕਰਵਾਇਆ ਗਿਆ ਸੀਗਾ। ਅੱਗੇ ਆਪਾਂ ਗੱਲ ਕਰਾਂਗੇ ਰਜਿੰਦਰ ਚੌਲ ਦੇ ਬਾਰੇ ਵਿੱਚ, ਜਿਹੜਾ ਕਿ 1014 ਈਸਵੀ ਤੋਂ 1044 ਈਸਵੀ ਤੱਕ ਸ਼ਾਸਨ ਕਰਦਾ ਹੈਗਾ। ਇਹਦੇ ਟਾਈਮ ਤੇ ਜਿਹੜਾ ਸਾਮਰਾਜ ਹੈਗਾ ਉਹਦਾ ਕਾਫੀ ਵਿਸਥਾਰ ਹੁੰਦਾ ਹੈ। ਇਸ ਤੋਂ ਇਲਾਵਾ ਜਿਹੜੇ ਪਾਂਡੇ ਚੇਰ ਤੇ ਜਿਹੜਾ ਸ਼੍ਰੀਲੰਕਾ ਦੇ ਸ਼ਾਸਕ ਹੈਗੇ ਨੇ ਇਹਨਾਂ ਦੇ ਇਸ ਤੋਂ ਇਲਾਵਾ ਇਹਦੇ ਦੁਆਰਾ ਗੰਗਈਕੋਂਡਾ ਚੋਲਾਪੁਰਮ ਦੀ ਉਪਾਧੀ ਵੀ ਧਾਰਨ ਕੀਤੀ ਜਾਂਦੀ ਹੈ, ਤੇ ਇਸੇ ਨਾਮ ਤੇ ਜਿਹੜਾ ਨਗਰ ਵਸਾਇਆ ਜਾਂਦਾ ਹੈ, ਜਿਸ ਨੂੰ ਅੱਗੇ ਚੱਲ ਕੇ ਇਹਦੇ ਦੁਆਰਾ ਜਿਹੜਾ ਰਾਜਧਾਨੀ ਬਣਾਇਆ ਜਾਂਦਾ ਹੈਗਾ ਰਜਿੰਦਰ ਚੌਲ ਦੇ ਦੁਆਰਾ। ਇਸ ਤੋਂ ਅੱਗੇ ਵੀ ਆਪਾਂ ਦੇਖਦੇ ਹੈਗੇ ਕਿ ਇਹਨੇ ਜਿਹੜੀਆਂ ਬਹੁਤ ਸਾਰੀਆਂ ਜਿੱਤਾਂ ਪ੍ਰਾਪਤ ਕੀਤੀਆਂ ਹੈਗੀਆਂ ਨੇ, ਤੇ ਇਹਨਾਂ ਦੇ ਵਿੱਚ ਦੱਖਣ ਪੂਰਬੀ ਏਸ਼ੀਆ ਵਿੱਚ ਜਿਹੜਾ ਅੰਡੇਮਾਨ ਨਿਕੋਬਾਰ ਮਲਾਇਆ ਸੁਮਾਤਰਾ ਜਾਵਾ ਜਿਹੜੀਆਂ ਹੈਗੀਆਂ ਨੇ ਇਹਨਾਂ ਦੇ ਉੱਪਰ ਜਿੱਤਾਂ ਪ੍ਰਾਪਤ ਕਰਦਾ ਹੈਗਾ। ਤੇ ਇਸ ਦੇ ਨਾਲ ਹੀ ਜਿਹੜਾ ਚੀਨ ਤੇ ਜਾਂ ਫਿਰ ਦੱਖਣ ਭਾਰਤ ਦੇ ਜਿਹੜਾ ਆਪਸ ਵਿੱਚ ਵਪਾਰਕ ਸੰਬੰਧ ਸਥਾਪਿਤ ਹੋ ਜਾਂਦੇ ਨੇ। ਜਿਹੜਾ ਸਾਮਰਾਜ ਹੈਗਾ ਜਾਂ ਚੌਲ ਰਾਜ ਹੈਗਾ ਇਹਦੀ ਆਮਦਨ ਦੇ ਵਿੱਚ ਵਾਧਾ ਵੀ ਹੁੰਦਾ ਹੈਗਾ ਜਦੋਂ ਵਿਦੇਸ਼ਾਂ ਦੇ ਵਿੱਚ ਵਪਾਰ ਕਰਦਾ ਹੈਗਾ। ਰਜਿੰਦਰ ਚੌਲ ਜਿਹੜਾ ਹੈਗਾ ਉਹਨੇ ਸ਼ਾਸਨ ਪ੍ਰਬੰਧ ਦੇ ਵਿੱਚ ਵੀ ਕਾਫੀ ਸੁਧਾਰ ਕੀਤੇ ਸੀ, ਤੇ ਇਹਦੇ ਜਿਹੜੇ ਉੱਤਰਾਧਿਕਾਰੀ ਹੈਗੇ ਨੇ ਉਹ ਅੱਗੇ ਚੱਲ ਕੇ ਜਿਹੜੇ ਆਪਣੇ ਗੁਆਂਢੀ ਸ਼ਾਸਕ ਹੈਗੇ ਨੇ ਜਿਨ੍ਹਾਂ ਦੀ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਹੈ, ਇਹਨਾਂ ਜਿਹੜੇ ਲੜਾਈ ਝਗੜੇ ਹੁੰਦੇ ਹੀ ਰਹਿੰਦੇ ਨੇ, ਤੇ ਇਸ ਦੇ ਨਾਲ ਜਿਹੜਾ ਸੁੱਟੇ ਵਜੋਂ ਜਿਹੜਾ ਚੌਲ ਸਾਮਰਾਜ ਦਾ ਆਪਾਂ ਨੂੰ ਐਂਡ ਹੋ ਜਾਂਦਾ ਦੇਖਣ ਨੂੰ ਮਿਲਦਾ ਹੈ। ਅੱਗੇ ਆਪਾਂ ਗੱਲ ਕਰਾਂਗੇ ਰਾਜ ਪ੍ਰਬੰਧ ਦੇ ਬਾਰੇ ਵਿੱਚ। ਤੇ ਰਾਜ ਪ੍ਰਬੰਧ ਦੀ ਗੱਲ ਕਰੀਏ ਤਾਂ ਜਿਹੜਾ ਇਹਦੇ ਵਿੱਚ ਵੀ ਜਿਹੜਾ ਰਾਜਾ ਹੈਗਾ ਉਹ ਜਿਹੜਾ ਕੇਂਦਰ ਬਿੰਦੂ ਹੁੰਦਾ ਹੈ ਸ਼ਕਤੀ ਦਾ। ਇਸ ਤੋਂ ਇਲਾਵਾ ਜਿਹੜਾ ਸਰਕਾਰ ਦਾ ਮੁਖੀਆ ਵੀ ਇਹੀ ਹੁੰਦਾ ਹੈਗਾ, ਤੇ ਜਿਹੜੀਆਂ ਸਾਰੀਆਂ ਜਿਹੜੀਆਂ ਸ਼ਕਤੀਆਂ ਹੈਗੀਆਂ ਨੇ ਉਹ ਵੀ ਜਿਹੜਾ ਸ਼ਾਸਕ ਦੇ ਹੱਥ ਵਿੱਚ ਹੀ ਹੁੰਦੀਆਂ ਨੇ। ਤੇ ਇਸ ਤੋਂ ਇਲਾਵਾ ਇਹਦੇ ਜਿਹੜੇ ਮੰਤਰੀ ਹੈਗੇ ਨੇ ਜਾਂ ਫਿਰ ਮੰਤਰੀ ਮੰਡਲ ਦੀ ਗੱਲ ਕਰੀਏ ਤਾਂ ਇਹਨਾਂ ਦੁਆਰਾ ਜਿਹੜੇ ਸਰਕਾਰੀ ਮਾਮਲੇ ਹੈਗੇ ਉਹਨਾਂ ਦੇ ਵਿੱਚ ਸਲਾਹ ਦਿੱਤੀ ਜਾਂਦੀ ਸੀ ਉਹਨਾਂ ਦੇ ਦੁਆਰਾ ਰਾਜ ਪ੍ਰਬੰਧ ਦੀ ਨਿਗਰਾਨੀ ਕਰਨਾ ਜਾਂ ਨਿਆਂ ਕਰਨਾ। ਜਾਂ ਇਸ ਤੋਂ ਇਲਾਵਾ ਜਿਹੜੇ ਯੁੱਧ ਦੇ ਵਿੱਚ ਫੌਜੀ ਦਸਤੇ ਭੇਜੇ ਜਾਂਦੇ ਨੇ ਉਹ ਵੀ ਜਿਹੜਾ ਰਾਜੇ ਦੀ ਮਨਜ਼ੂਰੀ ਲੈ ਕੇ ਹੀ ਭੇਜੇ ਜਾਂਦੇ ਨੇ, ਰਾਜੇ ਦੀ ਆਗਿਆ ਤੋਂ ਬਿਨਾਂ ਉਹਨਾਂ ਨੂੰ ਵੀ ਯੁੱਧ ਦੇ ਵਿੱਚ ਨਹੀਂ ਭੇਜਿਆ ਜਾਂਦਾ। ਇਸ ਤੋਂ ਅੱਗੇ ਆਪਾਂ ਗੱਲ ਕਰਾਂਗੇ ਪ੍ਰਾਂਤਾਂ ਦੀ। ਤਾਂ ਪ੍ਰਾਂਤ ਜਿਹੜੇ ਹੈਗੇ ਨੇ ਮੰਡਲਮਸ ਵਿੱਚ ਵੰਡੇ ਗਏ ਸੀ, ਤੇ ਮੰਡਲਮ ਜਿਹੜੇ ਹੈਗੇ ਨੇ ਵੇਲੇਡੂਜ਼ ਦੇ ਵਿੱਚ ਵੰਡੇ ਗਏ ਸੀਗੇ, ਜਾਂ ਫਿਰ ਵਲਨਾਈਡੂ ਬੋਲਿਆ ਜਾਂਦਾ ਹੈਗਾ ਜਿਨ੍ਹਾਂ ਨੂੰ। ਵੇਲੇਡੂ ਜਿਹੜੇ ਹੈਗੇ ਨੇ ਉਹ ਅੱਗੇ ਪਿੰਡਾਂ ਦੇ ਵਿੱਚ ਵੰਡੇ ਜਾਂਦੇ ਸੀਗੇ। ਤੇ ਜਿਵੇਂ ਆਪਾਂ ਮੰਡਲਮ ਦੀ ਗੱਲ ਕਰੀਏ ਤਾਂ ਅੱਜ ਦੇ ਟਾਈਮ ਤੇ ਜਿਹੜੇ ਸਟੇਟ ਹੈਗੇ ਨੇ ਉਹ ਮੰਡਲਮ ਨੇ, ਤੇ ਜਿਹੜੇ ਵੇਲੇਡੂਜ਼ ਹੈਗੇ ਨੇ ਉਹ ਜ਼ਿਲ੍ਹੇ ਹੈਗੇ ਨੇ। ਇਸ ਤੋਂ ਇਲਾਵਾ ਜਿਹੜੇ ਵੇਲੇਡੂ ਹੈਗੇ ਨੇ ਤਹਿਸੀਲ ਬੋਲ ਸਕਦੇ ਜਾਂ ਬਲਾਕ ਬੋਲ ਸਕਦੇ ਆਪਾਂ। ਇਸ ਤੋਂ ਇਲਾਵਾ ਜਿਹੜੇ ਪਿੰਡ ਤਾਂ ਜਿਵੇਂ ਅੱਜ ਦੇ ਟਾਈਮ ਤੇ ਪਿੰਡ ਹੈਗੇ ਨੇ ਉਸੇ ਤਰ੍ਹਾਂ ਹੀ ਹੁੰਦੇ ਸੀ, ਤੇ ਪਿੰਡ ਜਿਹੜੇ ਹੈਗੇ ਨੇ ਸਭ ਤੋਂ ਛੋਟੀ ਇਕਾਈ ਸੀ, ਤੇ ਜਿਹੜੀਆਂ ਪਿੰਡਾਂ ਦੀਆਂ ਦੋ ਸਭਾਵਾਂ ਹੁੰਦੀਆਂ ਸੀ, ਉਰ ਤੇ ਸਭਾ। ਇਹਦੇ ਵਿੱਚ ਜਿਹੜੇ ਉਰ ਦੇ ਮੈਂਬਰ ਸੀਗੇ ਉਹ ਆਮ ਜਿਹੜੇ ਲੋਕ ਹੁੰਦੇ ਸੀ, ਤੇ ਇਸ ਤੋਂ ਇਲਾਵਾ ਜਿਹੜੇ ਸਭਾ ਹੈਗੇ ਨੇ ਉਹਦੇ ਵਿੱਚ ਜਿਹੜੇ ਬਾਲਗ ਜਿਹੜੇ ਮਰਦਾਂ ਦਾ ਸਮੂਹ ਹੁੰਦਾ ਸੀ, ਤੇ ਇਹਦੇ ਵਿੱਚ ਜਿਹੜੀਆਂ ਔਰਤਾਂ ਉਹ ਘੱਟ ਹੀ ਜਿਹੜਾ ਹਿੱਸਾ ਲੈਂਦੀਆਂ ਸੀਗੀਆਂ। ਇਸ ਤੋਂ ਇਲਾਵਾ ਜਿਹੜੇ ਪਿੰਡਾਂ ਦੇ ਝਗੜੇ ਹੈਗੇ ਨੇ ਉਹਨਾਂ ਦਾ ਨਿਪਟਾਰਾ ਵੀ ਪਿੰਡ ਪੱਧਰ ਤੇ ਹੀ ਕਰ ਦਿੱਤਾ ਜਾਂਦਾ ਸੀ। ਤੇ ਆਪਾਂ ਪਹਿਲਾਂ ਵੀ ਗੱਲ ਕੀਤੀ ਹੈਗੀ ਜਿਹੜੀਆਂ ਨਾਗਰਿਕ ਸ਼ਾਸਤਰ ਦੇ ਵਿੱਚ ਜਿਹੜੀਆਂ ਪੰਚਾਇਤ ਪ੍ਰਬੰਧ ਆਪਾਂ ਦੇਖਦੇ ਹੈਗੇ ਉਹ ਚੌਲ ਸਾਮਰਾਜ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਤੇ ਜਿਹੜੀ ਇਹ ਸਭਾਵਾਂ ਹੈਗੀਆਂ ਨੇ ਜਾਂ ਆਪਾਂ ਗ੍ਰਾਮ ਪੰਚਾਇਤ ਦੀ ਗੱਲ ਕਰੀਏ ਤਾਂ ਜਿਹੜੀ ਕਾਫੀ ਪੁਰਾਣੀ ਆਪਾਂ ਨੂੰ ਦੇਖਣ ਨੂੰ ਮਿਲਦੀ ਹੈਗੀ, ਜਿਹੜਾ ਕਾਫੀ ਪ੍ਰਾਚੀਨ ਟਾਈਮ ਤੋਂ ਹੀ ਜਿਹੜੀ ਇਹ ਚੱਲੀ ਆ ਰਹੀ ਹੈਗੀ ਹੈ। ਤੇ ਇਸ ਤੋਂ ਇਲਾਵਾ ਜਿਹੜਾ ਪਾਣੀ ਦੀ ਵੰਡ ਜਾਂ ਟੈਕਸ ਪ੍ਰਬੰਧ ਦਾ ਨਿਗਰਾਨੀ ਕਰਨ ਲਈ ਜਿਹੜੀਆਂ ਛੋਟੀਆਂ ਕਮੇਟੀਆਂ ਜਿਹੜੀਆਂ ਬਣਾਈਆਂ ਜਾਂਦੀਆਂ ਸੀਗੀਆਂ। ਅੱਗੇ ਆਪਾਂ ਗੱਲ ਕਰਾਂਗੇ ਜਿਹੜੇ ਚੌਲ ਸ਼ਾਸਕ ਹੈਗੇ ਨੇ ਇੱਕ ਜਿਹੜਾ ਇਹਨਾਂ ਕੋਲ ਜਿਹੜੀ ਸ਼ਕਤੀਸ਼ਾਲੀ ਫੌਜ ਹੁੰਦੀ ਸੀਗੀ, ਇਹਨਾਂ ਦੇ ਕੋਲ ਜਿਹੜੇ ਫੌਜ ਦੇ ਵਿੱਚ ਜਿਹੜਾ ਹਾਥੀ ਘੋੜਸਵਾਰ ਸੈਨਾ ਪੈਦਲ ਸੈਨਾ ਵੀ ਇਹਦੇ ਵਿੱਚ ਸ਼ਾਮਿਲ ਸੀਗੀ। ਇਸ ਤੋਂ ਇਲਾਵਾ ਜਲ ਸੈਨਾ ਦਾ ਵੀ ਪ੍ਰਬੰਧ ਕੀਤਾ ਗਿਆ ਸੀ, ਤੇ ਜਿਵੇਂ ਆਪਾਂ ਰਾਜ ਪਹਿਲਾਂ ਦੀ ਗੱਲ ਕੀਤੀ ਹੈਗੀ ਤੇ ਉਹਨਾਂ ਦੇ ਦੁਆਰਾ ਜਿਹੜਾ ਸਮੁੰਦਰੀ ਸ਼ਕਤੀ ਦਾ ਆਧੁਨਿਕੀਕਰਨ ਕੀਤਾ ਗਿਆ ਸੀ, ਆਪਾਂ ਪਿੱਛੇ ਗੱਲ ਕੀਤੀ ਹੈਗੀ, ਤੇ ਜਿਹੜਾ ਇਸ ਫੌਜ ਦਾ ਜਿਹੜਾ ਸ਼ਕਤੀਸ਼ਾਲੀ ਹਿੱਸਾ ਸੀਗਾ। ਇਸ ਤੋਂ ਇਲਾਵਾ ਜਿਹੜੇ ਚੌਲ ਸ਼ਾਸਕ ਹੈਗੇ ਨੇ ਉਹਨਾਂ ਦੀ ਆਮਦਨ ਦੇ ਦੋ ਪ੍ਰਮੁੱਖ ਸਾਧਨ ਸੀ, ਤੇ ਇਹਦੇ ਵਿੱਚ ਜਿਹੜਾ ਲਗਾਨ ਦੀ ਗੱਲ ਕਰੀਏ ਤਾਂ ਜਿਹੜੇ ਹੈਗੇ ਨੇ ਭੂਮੀ ਲਗਾਨ ਸੀ। ਇਸ ਤੋਂ ਇਲਾਵਾ ਜਿਹੜਾ ਵਪਾਰ ਕੀਤਾ ਜਾਂਦਾ ਸੀ ਵਿਦੇਸ਼ਾਂ ਦੇ ਨਾਲ, ਜਿਵੇਂ ਚੀਨ ਦੀ ਗੱਲ ਕੀਤੀ ਹੈਗੀ ਆਪਾਂ, ਤੇ ਉਹਦੇ ਨਾਲ ਜਿਹੜਾ ਵਪਾਰ ਹੁੰਦਾ ਸੀ ਤੇ ਉਹਨਾਂ ਤੋਂ ਵੀ ਜਿਹੜਾ ਟੈਕਸ ਵਗੈਰਾ ਹੁੰਦਾ ਸੀ ਤੇ ਉਹ ਵੀ ਜਿਹੜਾ ਪ੍ਰਾਪਤ ਹੁੰਦਾ ਸੀ ਸਰਕਾਰ ਨੂੰ। ਜਿਹੜਾ ਦੂਜੇ ਦੇਸ਼ਾਂ ਨਾਲ ਵਪਾਰ ਹੈਗਾ ਉਹ ਵੀ ਜਿਹੜਾ ਪ੍ਰਫੁੱਲਤ ਹੋ ਰਿਹਾ ਸੀ। ਇਸ ਤੋਂ ਅੱਗੇ ਆਪਾਂ ਦੇਖਦੇ ਹੈਗੇ ਸਮਾਜ ਦੇ ਬਾਰੇ ਵਿੱਚ। ਸਮਾਜ ਦੇ ਵਿੱਚ ਜਿਹੜੇ ਕੁਲੀਨ ਵਰਗ ਦੇ ਇਲਾਵਾ ਜਿਹੜੇ ਬ੍ਰਾਹਮਣ ਤੇ ਵਪਾਰੀ ਸੀ ਉਹਨਾਂ ਦਾ ਵੀ ਸਤਿਕਾਰ ਵਗੈਰਾ ਕੀਤਾ ਜਾਂਦਾ ਸੀ, ਤੇ ਜਿਹੜੇ ਵਪਾਰੀ ਜਾਂ ਫਿਰ ਸ਼ਿਲਪਕਾਰ ਹੈਗੇ ਨੇ ਉਹ ਸਮਾਜ ਦੇ ਵਿੱਚ ਜਿਹੜਾ ਬਹੁਤ ਵਧੀਆ ਆਪਣਾ ਜੀਵਨ ਬਤੀਤ ਕਰਦੇ ਸੀਗੇ। ਇਸ ਤੋਂ ਇਲਾਵਾ ਜਿਹੜੇ ਗਰੀਬ ਵਰਗ ਦੇ ਲੋਕ ਵੀ ਸਮਾਜ ਵਿੱਚ ਸੀਗੇ ਜਿਨ੍ਹਾਂ ਦਾ ਜੀਵਨ ਜਿਹੜਾ ਥੋੜ੍ਹਾ ਕਠਿਨ ਹੁੰਦਾ ਸੀਗਾ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਇਸਤਰੀਆਂ ਦੀ ਤਾਂ ਇਸਤਰੀਆਂ ਨੂੰ ਜਿਹੜਾ ਸਤਿਕਾਰਯੋਗ ਸਥਾਨ ਪ੍ਰਾਪਤ ਸੀਗਾ। ਇਸ ਤੋਂ ਇਲਾਵਾ ਉਹਨਾਂ ਨੂੰ ਸਿੱਖਿਆ ਵੀ ਦਿੱਤੀ ਜਾਂਦੀ ਸੀ। ਤੇ ਇਸ ਤੋਂ ਇਲਾਵਾ ਜਿਹੜੇ ਕਿਸਾਨ ਤੇ ਮਜ਼ਦੂਰ ਹੈਗੇ ਨੇ ਕਾਮੇ ਵਰਗ ਦੇ ਨਾਲ ਸੰਬੰਧਿਤ ਸੀਗੇ। ਅੱਗੇ ਆਪਾਂ ਗੱਲ ਕਰਾਂਗੇ ਧਰਮ ਦੇ ਬਾਰੇ ਵਿੱਚ, ਤਾਂ ਜਿਹੜਾ ਹਿੰਦੂ ਧਰਮ ਹੈਗਾ ਇਹ ਇਸ ਟਾਈਮ ਤੇ ਜਿਹੜਾ ਕਾਫੀ ਪ੍ਰਚਲਿਤ ਧਰਮ ਸੀਗਾ। ਤੇ ਇਸ ਤੋਂ ਇਲਾਵਾ ਜਿਹੜੇ ਦੇਵਤਿਆਂ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਵਿਸ਼ਨੂੰ ਤੇ ਸ਼ਿਵ ਜਿਹੜੇ ਇਹਨਾਂ ਦੀ ਜ਼ਿਆਦਾ ਪੂਜਾ ਕੀਤੀ ਜਾਂਦੀ ਸੀਗੀ। ਬੁੱਧ ਧਰਮ ਤੇ ਜੈਨ ਧਰਮ ਵੀ ਉਸ ਟਾਈਮ ਤੇ ਜਿਹੜਾ ਹੋਂਦ ਵਿੱਚ ਆਏ ਹੋਏ ਸੀਗੇ। ਤੇ ਇਸ ਤੋਂ ਇਲਾਵਾ ਜਿਹੜੀਆਂ ਹੋਰ ਵੀ ਕਾਫੀ ਜਿਹੜੀਆਂ ਧਾਰਮਿਕ ਲਹਿਰਾਂ ਹੈਗੀਆਂ ਨੇ ਉਹ ਚੱਲ ਰਹੀਆਂ ਸੀਗੀਆਂ। ਤੇ ਬਾਸਵ ਨੇ ਜਿਹੜਾ ਲਿੰਗਾਇਤ ਮਤ ਦੀ ਸਥਾਪਨਾ ਕੀਤੀ ਹੋਈ ਸੀ ਉਸ ਟਾਈਮ ਤੇ। ਸ਼ੰਕਰਾਚਾਰੀਆ ਜਿਹੜੇ ਹੈਗੇ ਨੇ ਉਹਨਾਂ ਨੇ
ਅਦਵੈਤ ਮਤ ਦਾ ਪ੍ਰਚਾਰ ਕਰਨਾ ਜਿਹੜਾ ਸ਼ੁਰੂ ਕੀਤਾ ਹੋਇਆ ਸੀ। ਇਸ ਤੋਂ ਇਲਾਵਾ ਜੇ ਰਾਮਾਨੁਜ ਜਾਂ ਫਿਰ ਮਾਧਵ ਦੀ ਗੱਲ ਕਰੀਏ ਤਾਂ ਜਿਹੜੇ ਭਗਤੀ ਲਹਿਰ ਦੇ ਨਾਲ ਸੰਬੰਧਿਤ ਸੀਗੇ, ਤੇ ਇਸੇ ਟਾਈਮ ਤੇ ਜਿਹੜਾ ਆਪਾਂ ਗੁਰੂ ਨਾਨਕ ਦੇਵ ਜੀ ਦੀ ਵੀ ਗੱਲ ਕਰਾਂਗੇ, ਜਿਨ੍ਹਾਂ ਨੇ ਈਸ਼ਵਰ ਦੀ ਭਗਤੀ ਤੇ ਜਿਹੜਾ ਕਰਨ ਤੇ ਜ਼ੋਰ ਦਿੱਤਾ ਸੀ। ਇਹਨਾਂ ਨੇ ਜਿਹੜਾ ਉਹਨਾਂ ਦਾ ਮੰਨਣਾ ਸੀ ਕਿ ਜੇ ਆਪਾਂ ਸਾਫ਼ ਦਿਲ ਨਾਲ ਪ੍ਰਮਾਤਮਾ ਦੀ ਪੂਜਾ ਕਰਦੇ ਹੈਗੇ ਆ ਤਾਂ ਜਿਹੜਾ ਆਪਾਂ ਨੂੰ ਮੁਕਤੀ ਜਿਹੜੀ ਉਹ ਆਸਾਨੀ ਨਾਲ ਪ੍ਰਾਪਤ ਹੋ ਸਕਦੀ ਹੈ, ਤੇ ਇਹ ਜਿਹੜਾ ਇੱਕੋ ਇੱਕ ਇਹਦੇ ਲਈ ਸਾਧਨ ਹੈਗਾ ਹੈ। ਇਸ ਤੋਂ ਇਲਾਵਾ ਜਾਤੀ ਵਰਗ ਦੇ ਵੀ ਜਿਹੜਾ ਉਹ ਵਿਰੋਧ ਸੀਗੇ, ਉਹਨਾਂ ਨੇ ਜਿਹੜਾ ਜਾਤ ਪਾਤ ਦਾ ਵਿਰੋਧ ਕੀਤਾ ਸੀਗਾ। ਤੇ ਇਸ ਤੋਂ ਇਲਾਵਾ ਆਪਾਂ ਦੇਖਾਂਗੇ ਕਿ ਜਿਹੜਾ ਉਹਨਾਂ ਦੀਆਂ ਸਿੱਖਿਆਵਾਂ ਹੈਗੀਆਂ ਨੇ, ਉਹਨਾਂ ਨੇ ਵੀ ਜਿਹੜਾ ਲੋਕਾਂ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕੀਤਾ ਸੀ, ਕਿਉਂਕਿ ਜਿਹੜੀ ਉਹਨਾਂ ਦੀ ਭਾਸ਼ਾ ਸੀਗੀ ਉਹ ਜਨ ਸਧਾਰਨ ਦੀ ਭਾਸ਼ਾ ਹੀ ਸੀ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਸਿੱਖਿਆ ਤੇ ਸਾਹਿਤ ਦੀ, ਜਾਂ ਮੱਧਕਾਲ ਦੇ ਜਿਹੜੇ ਵਿੱਚ ਚੌਲ ਸ਼ਾਸਕਾਂ ਨੇ ਸਿੱਖਿਆ ਤੇ ਸਾਹਿਤ ਦੇ ਖੇਤਰ ਵਿੱਚ ਜਿਹੜਾ ਬਹੁਤ ਜ਼ਿਆਦਾ ਉੱਨਤੀ ਕੀਤੀ ਹੈਗੀ ਹੈ। ਜਾਂ ਫਿਰ ਆਪਾਂ ਗੱਲ ਕਰੀਏ ਵਿਆਕਰਨ, ਦਰਸ਼ਨ ਸ਼ਾਸਤਰ, ਕਲਾ ਤੇ ਵਿਗਿਆਨ, ਇਸ ਤੋਂ ਇਲਾਵਾ ਗ੍ਰਹਿ ਵਿਗਿਆਨ ਵਰਗੇ ਵਿਸ਼ੇ ਜਿਹੜੇ ਉਹਨਾਂ ਨੂੰ ਉਤਸ਼ਾਹਿਤ ਕੀਤਾ ਗਿਆ ਸੀਗਾ ਚੌਲ ਸ਼ਾਸਕਾਂ ਦੇ ਦੁਆਰਾ। ਤੇ ਸਿੱਖਿਆ ਹੈਗੀ ਉਹ ਸੰਸਕ੍ਰਿਤ ਤੇ ਤਾਮਿਲ ਭਾਸ਼ਾ ਵਿੱਚ ਦਿੱਤੀ ਜਾਂਦੀ ਸੀ, ਤੇ ਜਿਹੜੀ ਮੁੱਖ ਤੌਰ ਤੇ ਮੰਦਰਾਂ ਦੇ ਵਿੱਚ ਹੀ ਦਿੱਤੀ ਜਾਂਦੀ ਸੀ। ਇਸ ਤੋਂ ਇਲਾਵਾ ਜੇ ਆਪਾਂ ਗੱਲ ਕਰੀਏ ਚੌਲ ਸਾਮਰਾਜ ਸਮੇਂ ਜਿਹੜੀਆਂ ਭਾਸ਼ਾਵਾਂ ਦੀ, ਤਾਂ ਉਹਦੇ ਵਿੱਚ ਜਿਹੜੀ ਸੰਸਕ੍ਰਿਤ ਹੈਗੀ ਹੈ, ਤੇ ਇਸ ਤੋਂ ਇਲਾਵਾ ਜਿਹੜੇ ਖੇਤਰੀ ਭਾਸ਼ਾਵਾਂ ਨੇ ਜਿਹਦੇ ਵਿੱਚ ਤਾਮਿਲ, ਤੇਲਗੂ, ਜਿਹੜੀ ਕੰਨੜ ਹੈ ਜਾਂ ਫਿਰ ਕੰਨੜ ਜਿਹੜੀ ਹੈਗੀ ਇਹਦਾ ਵੀ ਕਾਫੀ ਜਿਹੜਾ ਵਿਕਾਸ ਹੋਇਆ ਸੀਗਾ। ਤੇ ਜਿਹੜੇ ਬਹੁਤ ਸਾਰਾ ਜਿਹੜਾ ਸਾਹਿਤ ਹੈ ਉਹ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖਿਆ ਗਿਆ ਸੀ, ਤੇ ਦੂਸਰੀਆਂ ਭਾਸ਼ਾਵਾਂ ਦੇ ਵਿੱਚ ਇਹਨਾਂ ਦਾ ਜਿਹੜਾ ਅਨੁਵਾਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਜੇ ਆਪਾਂ ਉਦਾਹਰਨ ਦੇ ਤੌਰ ਤੇ ਗੱਲ ਕਰੀਏ ਤਾਂ ਕੰਬਨ ਜਿਹੜਾ ਹੈਗਾ ਏ, ਉਹਨਾਂ ਨੇ ਰਮਾਇਣ ਦਾ ਤਾਮਿਲ ਭਾਸ਼ਾ ਦੇ ਵਿੱਚ ਜਿਹੜਾ ਅਨੁਵਾਦ ਕੀਤਾ ਸੀਗਾ। ਨੇਨਿਹਾ ਤੇ ਜਿਹੜਾ ਤਿਕਨਾ ਹੈਗੇ ਨੇ, ਉਹਨਾਂ ਨੇ ਤੇਲਗੂ ਭਾਸ਼ਾ ਦੇ ਵਿੱਚ ਮਹਾਭਾਰਤ ਦਾ ਜਿਹੜਾ ਅਨੁਵਾਦ ਕੀਤਾ ਸੀਗਾ। ਤੇ ਇਸ ਤੋਂ ਇਲਾਵਾ ਜਿਹੜੇ ਸਾਡੇ ਮਹਾਂਕਾਵ ਹੈਗੇ ਨੇ, ਜਿਹਦੇ ਵਿੱਚ ਰਮਾਇਣ ਤੇ ਮਹਾਭਾਰਤ ਆਉਂਦੇ ਨੇ, ਤੇ ਇਹਨਾਂ ਤੋਂ ਜਿਹੜਾ ਸਾਨੂੰ ਮੁੱਢਲੇ ਤੇ ਜਿਹੜਾ ਉੱਤਰ ਮੱਧਕਾਲੀਨ ਹੈਗਾ ਏ ਉਸ ਟਾਈਮ ਦੇ ਜਿਹੜੇ ਇਤਿਹਾਸ ਹੈਗਾ ਉਹਦੇ ਬਾਰੇ ਵਿੱਚ ਜਾਣਕਾਰੀ ਮਿਲਦੀ ਹੈਗੀ ਦੱਖਣ ਭਾਰਤ ਦੇ ਨਾਲ ਸੰਬੰਧਿਤ। ਜੇ ਆਪਾਂ ਗੱਲ ਕਰੀਏ ਜਿਹੜਾ ਮੱਧਕਾਲ ਹੈਗਾ ਉਹਨੂੰ ਦੋ ਭਾਗਾਂ ਵਿੱਚ ਵੰਡਿਆ ਗਿਆ ਹੈ, ਮੁੱਢਲਾ ਮੱਧਕਾਲ ਤੇ ਉੱਤਰ ਮੱਧਕਾਲ। ਤਾਂ ਆਪਾਂ ਕਹਿ ਸਕਦੇ ਹਾਂ ਕਿ ਟੋਟਲੀ ਮੱਧਕਾਲ ਦੇ ਬਾਰੇ ਵਿੱਚ ਇਹਨਾਂ ਤੋਂ ਆਪਾਂ ਨੂੰ ਜਾਣਕਾਰੀ ਮਿਲਦੀ ਹੈਗੀ ਹੈ। ਅੱਗੇ ਆਪਾਂ ਗੱਲ ਕਰਾਂਗੇ ਤਾਮਿਲਨਾਡੂ ਵਿੱਚ ਜ਼ਮੀਂਦਾਰਾ ਵਿਸਥਾਰ। ਇਹਦੇ ਵਿੱਚ ਆਪਾਂ ਦੇਖਦੇ ਹਾਂ ਕਿ ਜਿਹੜੇ ਚੌਲ ਸ਼ਾਸਕੇ ਨੇ, ਉਹਨਾਂ ਨੇ ਤਾਮਿਲਨਾਡੂ ਦੇ ਵਿੱਚ ਜਿਹੜਾ ਖੇਤੀ ਦਾ ਵਿਕਾਸ ਕਰਨ ਜਿਹੜਾ ਵਿਕਾਸ ਹੈਗਾ ਹੈ ਉਹਦੇ ਵੱਲ ਖਾਸ ਧਿਆਨ ਦਿੱਤਾ ਸੀ ਉਹਨਾਂ ਨੇ। ਤੇ ਇਸ ਦੇ ਚੱਲਦੇ ਜਿਹੜਾ ਜ਼ਮੀਂਦਾਰਾ ਵਰਗ ਹੈਗਾ ਹੈ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਤੇ ਇਹਨਾਂ ਨੇ ਸਿੰਚਾਈ ਪ੍ਰਬੰਧ ਵੱਲ ਵੀ ਬਹੁਤ ਜ਼ਿਆਦਾ ਧਿਆਨ ਦਿੱਤਾ ਸੀ। ਜਿਹੜੇ ਚੌਲ ਸ਼ਾਸਕ ਹੈਗੇ ਨੇ, ਉਹਨਾਂ ਨੇ ਸਿੰਚਾਈ ਲਈ ਜਿਹੜੇ ਦਰਿਆਵਾਂ ਦੀ ਵਰਤੋਂ ਕੀਤੀ, ਤੇ ਖਾਸ ਕਰਕੇ ਉਹਨਾਂ ਨੇ ਜਿਹੜਾ ਕਾਵੇਰੀ ਦਰਿਆ ਹੈਗਾ ਹੈ ਇਹਦੀ ਵਰਤੋਂ ਕੀਤੀ ਸੀ। ਇਸ ਤੋਂ ਇਲਾਵਾ ਆਪਾਂ ਦੇਖਦੇ ਹਾਂ ਕਿ ਜਿਹੜਾ ਦਰਿਆਵਾਂ ਤੋਂ ਜਿਹੜਾ ਖੇਤਾਂ ਤੱਕ ਪਾਣੀ ਲੈ ਜਾਣਾ ਉਹ ਸੰਭਵ ਨਹੀਂ ਸੀ, ਇਸ ਲਈ ਉਹਨਾਂ ਨੇ ਸਿੰਚਾਈ ਦੇ ਪ੍ਰਬੰਧ ਲਈ ਕਾਫੀ ਸਾਰੇ ਜਿਹੜੇ ਤਲਾਬ ਵਗੈਰਾ ਵੀ ਬਣਾਏ ਸੀ। ਤੇ ਇਸ ਤੋਂ ਇਲਾਵਾ ਉਹਨਾਂ ਨੇ ਤਲਾਬ ਕਮੇਟੀ ਦਾ ਵੀ ਨਿਰਮਾਣ ਕੀਤਾ ਸੀ। ਤੇ ਇਹਦੇ ਵਿੱਚ ਆਪਾਂ ਇੱਕ ਚਿੱਤਰ ਦੇਖ ਸਕਦੇ ਹਾਂ, ਜਿਹੜਾ ਚੌਲ ਸ਼ਾਸਕਾਂ ਦੇ ਟਾਈਮ ਤੇ ਬਣਿਆ ਹੋਇਆ ਤਲਾਬ ਹੈਗਾ ਹੈ, ਉਸ ਦਾ ਚਿੱਤਰ ਹੈਗਾ ਹੈ, ਆਪਾਂ ਦੇਖ ਸਕਦੇ ਹਾਂ। ਤੇ ਇਸ ਤੋਂ ਅੱਗੇ ਆਪਾਂ ਦੇਖਦੇ ਹੈਗੇ ਹਾਂ ਜਿਹੜੇ ਚੌਲ ਸ਼ਾਸਕ ਨੇ, ਉਹਨਾਂ ਨੇ ਕੀ ਕੀਤਾ ਸੀ ਕਿ ਜਿਹੜੇ ਜਦੋਂ ਭਾਰੀ ਵਰਖਾ ਹੁੰਦੀ ਸੀ ਜਾਂ ਫਿਰ ਸੋਕਾ ਵਗੈਰਾ ਹੋ ਪੈਂਦਾ ਸੀ, ਤਾਂ ਉਹ ਜਿਹੜੇ ਲੋਕਾਂ ਤੋਂ ਭੂਮੀ ਕਰ ਨਹੀਂ ਲੈ ਜਾਂਦਾ ਸੀ ਉਸ ਟਾਈਮ ਤੇ। ਇਸ ਤੋਂ ਇਲਾਵਾ ਜਦੋਂ ਕੋਈ ਔਕੜ ਆਉਂਦੀ ਸੀ ਤਾਂ ਜਿਹੜੇ ਵਾਹੀਕਾਰ ਹੈਗੇ ਨੇ ਉਹਨਾਂ ਨੂੰ ਕਰਜ਼ੇ ਵਗੈਰਾ ਵੀ ਜਿਹੜੇ ਚੌਲ ਸ਼ਾਸਕ ਹੈਗੇ ਨੇ ਉਹਨਾਂ ਦੇ ਦੁਆਰਾ ਦਿੱਤੇ ਜਾਂਦੇ ਸੀ। ਘੁਮੱਕੜ ਉਹ ਲੋਕ ਹੁੰਦੇ ਨੇ ਜਿਹੜੇ ਕਿ ਮਤਲਬ ਇੱਕ ਜਗ੍ਹਾ ਦੇ ਉੱਪਰ ਟਿਕ ਕੇ ਨਹੀਂ ਰਹਿੰਦੇ, ਤੇ ਇਹਨਾਂ ਦੀ ਮਦਦ ਦੇ ਨਾਲ ਵੀ ਜਿਹੜਾ ਚੌਲ ਸ਼ਾਸਕਾਂ ਨੇ ਜਿਹੜਾ ਆਪਣਾ ਜੰਗਲੀ ਜਿਹੜੀ ਭੂਮੀ ਹੈਗੀ ਹੈ, ਜੰਗਲਾਂ ਦੇ ਹੇਠ ਸੀ ਜਿਹੜੀ, ਉਹਨਾਂ ਨੂੰ ਸਾਫ਼ ਕਰਵਾ ਕੇ ਵਾਹੀਯੋਗ ਬਣਾਇਆ ਸੀ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਜਿਹੜੇ ਚੌਲ ਸ਼ਾਸਕ ਨੇ ਉਹਨਾਂ ਨੇ ਜਿਹੜਾ ਬਹੁਤ ਵਧੀਆ ਤਰੀਕੇ ਨਾਲ ਸਾਮਰਾਜ ਨੂੰ ਆਪਣੇ ਨੂੰ ਚਲਾਇਆ। ਤੇ ਇਹਦੇ ਤੋਂ ਇਲਾਵਾ ਆਪਾਂ ਦੇਖੀਏ ਤਾਂ ਜਿਹੜਾ ਜ਼ਮੀਂਦਾਰਾ ਵਰਗ ਵੀ ਉਸ ਟਾਈਮ ਤੇ ਆਪਾਂ ਨੂੰ ਦੇਖਣ ਨੂੰ ਮਿਲਦਾ ਹੈਗਾ। ਤੇ ਖੇਤੀਬਾੜੀ ਦੇ ਵੱਲ ਜਿਹੜੇ ਚੌਲ ਸ਼ਾਸਕ ਇਹਨਾਂ ਨੇ ਖਾਸ ਧਿਆਨ ਦਿੱਤਾ, ਜਿਸ ਦੇ ਚੱਲਦੇ ਜਿਹੜੇ ਲੋਕਾਂ ਨੂੰ ਉਹਨਾਂ ਨੂੰ ਲਗਾਨ ਦੇਣਾ ਵੀ ਆਸਾਨ ਹੁੰਦਾ ਸੀ। ਤੇ ਇਸ ਤੋਂ ਇਲਾਵਾ ਆਪਾਂ ਦੇਖਦੇ ਹਾਂ ਕਿ ਜਦੋਂ ਵੀ ਕੋਈ ਕੁਦਰਤੀ ਆਫਤ ਆਉਂਦੀ ਸੀ, ਜਿਵੇਂ ਆਪਾਂ ਸੋਕਾ ਜਾਂ ਫਿਰ ਮੀਂਹ ਦੀ ਗੱਲ ਕੀਤੀ ਹੈਗੀ, ਤਾਂ ਉਸ ਟਾਈਮ ਤੇ ਜਿਹੜਾ ਇਹ ਚੌਲ ਸ਼ਾਸਕ ਹੈਗੇ ਨੇ ਉਹਨਾਂ ਦੁਆਰਾ ਲੋਕਾਂ ਤੋਂ ਲਗਾਨ ਵਗੈਰਾ ਨਹੀਂ ਲਿਆ ਜਾਂਦਾ ਸੀ। ਤਾਂ ਉਸ ਟਾਈਮ ਤੇ ਜਿਹੜੇ ਲੋਕ ਆਪਾਂ ਨੂੰ ਹੈਗੇ ਨੇ ਉਹ ਜ਼ਿਆਦਾ ਖੁਸ਼ਹਾਲ ਅਵਸਥਾ ਦੇ ਵਿੱਚ ਦੇਖਣ ਨੂੰ ਮਿਲਦੇ ਹੈਗੇ ਨੇ। ਇਸ ਦੇ ਨਾਲ ਹੀ ਜਿਹੜਾ ਇਹ ਚੈਪਟਰ ਆਪਣਾ ਇੱਥੇ ਸਮਾਪਤ ਹੁੰਦਾ ਹੈਗਾ, ਤੇ ਇਸ ਦੇ ਨਾਲ ਹੀ ਜਿਹੜੀ ਵੀਡੀਓ ਹੈਗੀ ਉਹਦਾ ਵੀ ਐਂਡ ਹੁੰਦਾ ਹੈਗਾ। ਤੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ। ਬਹੁਤ ਬਹੁਤ ਧੰਨਵਾਦ।